ਸਟੂਡੈਂਟਸ ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। ਹਾਂਜੀ ਸਟੂਡੈਂਟਸ, ਹੁਣ ਅਸੀਂ ਇਸੇ ਚੈਪਟਰ ਦੀ 5th ਐਕਸਰਸਾਈਜ਼ ਦੇਖਦੇ ਹਾਂ। ਬਹੁਤ ਹੀ ਈਜ਼ੀ ਹੈ। ਕਹਿੰਦੇ ਲੁੱਕ ਐਟ ਦਾ ਸੈਂਟੈਂਸਿਸ ਇਨ ਦਾ ਟੇਬਲ। ਤਾਂ ਇਹ ਸਾਡਾ ਟੇਬਲ ਦਿੱਤਾ ਹੋਇਆ ਹੈ। ਇਸ ਦੇ ਵਿੱਚ 2 ਸੈਂਟੈਂਸਿਸ ਹੈ। ਦੇਖੋ, ਜਿਵੇਂ ਕਿ ਪਹਿਲਾ ਸੈਂਟੈਂਸ ਹੈ ਕਿ ਇਟ ਹੈਜ਼ ਬਿਕਮ ਨੈਸੈਸਰੀ ਫॉर ਯੂ ਟੂ ਟੋਇਲ ਐਜ਼ ਆਈ ਹੈਵ ਡਨ, ਤੇ ਦੂਸਰਾ ਇਟ ਇਜ਼ ਈਜ਼ੀ ਫॉर ਅ ਯੰਗ ਮੈਨ ਟੂ ਫਾਲ ਇਨਟੂ ਬੈਡ ਕੰਪਨੀ। ਤਾਂ ਜੇ ਤੁਹਾਨੂੰ ਯਾਦ ਹੋਵੇ ਤੇ ਦੋਨੇ ਸੈਂਟੈਂਸ ਇਹ ਸਾਡੇ ਚੈਪਟਰ 'ਚੋਂ ਆਏ ਹੋਏ ਹੈ। ਤਾਂ ਇਹ ਦੋਨੇ ਸੈਂਟੈਂਸ ਮਾਈਕਲ ਆਪਣੇ ਬੇਟੇ ਲਿਊਕ ਨੂੰ ਬੋਲਦਾ ਜਦੋਂ ਲਿਊਕ ਨੇ ਅਗਲੇ ਦਿਨ ਸ਼ਹਿਰ ਜਾਣਾ ਹੁੰਦਾ। ਹੁਣ ਇਹਨਾਂ ਨੇ ਕੀ ਕੀਤਾ ਹੈ, ਕਹਿੰਦੇ ਇਹ ਜਿਹੜੇ ਸੈਂਟੈਂਸਿਸ ਹੈ ਇਹਨਾਂ ਨੂੰ ਰੀਰਾਈਟ ਕਰਤਾ ਵਿਦ ਦਾ ਇਨਫਿਨਿਟਿਵ ਐਜ਼ ਦਾ ਸਬਜੈਕਟ। ਦੇਖੋ ਇੱਥੇ ਸਬਜੈਕਟ ਸਾਡਾ ਹੋਰ ਹੈ, ਲੇਕਿਨ ਇੱਥੇ ਇਹਨਾਂ ਨੇ ਜਿਹੜੇ ਆ ਸਾਡੇ ਇਨਫਿਨਿਟਿਵਸ ਹੈ ਉਹਨਾਂ ਨੂੰ ਸਬਜੈਕਟ ਬਣਾ ਲਿਆ। ਇਨਫਿਨਿਟਿਵ ਤੁਹਾਨੂੰ ਪਤਾ ਬੇਟਾ ਜਿਹੜੀ ਕੁਛ ਐਸੇ ਵਰਡਸ ਹੁੰਦੇ ਨੇ ਜਿਹੜੇ ਕਿ ਵਰਬ ਤੋਂ ਬਣਦੇ ਨੇ, ਲੇਕਿਨ ਉਹ ਸੈਂਟੈਂਸ ਦੇ ਵਿੱਚ ਵਰਬ ਦਾ ਕੰਮ ਨਹੀਂ ਕਰਦੇ। ਜਾਂ ਤਾਂ ਇਹ ਨਾਊਨ ਦਾ ਕੰਮ ਕਰਦੇ ਨੇ, ਜਾਂ ਕਈ ਵਾਰੀ ਇਹ ਐਡਜੈਕਟਿਵ ਦਾ ਕੰਮ ਕਰਦੇ ਨੇ, ਜਾਂ ਕਈ ਵਾਰੀ ਇਹ ਐਡਵਰਬਸ ਦਾ ਕੰਮ ਵੀ ਕਰਦੇ ਨੇ। ਹੁਣ ਇਹਨਾਂ ਨੇ ਕੀ ਕੀਤਾ, ਦੇਖੋ ਜਿਹੜਾ ਸਾਡੇ ਪਹਿਲੇ ਸੈਂਟੈਂਸ ਹੈ ਇਟ ਹੈਜ਼ ਬਿਕਮ ਨੈਸੈਸਰੀ ਫॉर ਯੂ, ਇਹ ਪ੍ਰੈਡੀਕੇਟ ਹੈ, ਫਿਰ ਉਸ ਤੋਂ ਬਾਅਦ ਇਨਫਿਨਿਟਿਵ ਲੱਗਿਆ ਹੋਇਆ ਹੈ। ਤਾਂ ਇੱਥੇ ਕੀ ਕੀਤਾ, ਇਨਫਿਨਿਟਿਵ ਨੂੰ ਇਹ ਅੱਗੇ ਲਿਆਏ, ਉਹਨੂੰ ਸਬਜੈਕਟ ਬਣਾਤਾ। ਇਸੇ ਤਰ੍ਹਾਂ ਆਹ ਵਾਲੇ ਇਨਫਿਨਿਟਿਵ ਨੂੰ ਅੱਗੇ ਲਿਆਏ, ਉਹਨੂੰ ਸਬਜੈਕਟ ਬਣਾਤਾ। ਤੇ ਇਹ ਵਾਲੇ ਸੈਂਟੈਂਸ ਇਹ ਪਿੱਛੇ ਚੱਕ ਕੇ ਲੈ ਗਏ। ਆ ਦੇਖੋ, ਹੈਜ਼ ਬਿਕਮ ਨੈਸੈਸਰੀ ਫॉर ਯੂ ਇੱਥੇ ਲੈ ਗਏ ਤੇ ਇਜ਼ ਈਜ਼ੀ ਫॉर ਅ ਯੰਗ ਮੈਨ ਇੱਥੇ ਲੈ ਗਏ। ਤਾਂ ਸਿਰਫ ਇਹਨਾਂ ਨੇ ਉਲਟਾ ਪੁਲਟਾ ਕੀਤਾ ਹੋਇਆ, ਸਬਜੈਕਟ ਚੇਂਜ ਕੀਤਾ ਹੋਇਆ। ਇੱਥੇ ਸਾਡਾ ਸਬਜੈਕਟ ਕੋਈ ਹੋਰ ਹੈ, ਲੇਕਿਨ ਨੀਚੇ ਵਾਲਿਆਂ ਦੇ ਵਿੱਚ ਇਹਨਾਂ ਨੇ ਇਨਫਿਨਿਟਿਵਸ ਨੂੰ ਸਬਜੈਕਟ ਬਣਾ ਲਿਆ। ਤੇ ਹੁਣ ਸਾਨੂੰ ਕੀ ਕਰਨ ਨੂੰ ਕਿਹਾ ਇਹਨਾਂ ਨੇ ਕਿਹਾ ਕਿ ਰੀਰਾਈਟ ਈਚ ਆਫ ਦਾ ਫੋਲੋਇੰਗ ਸੈਂਟੈਂਸ ਬਿਗਨਿੰਗ ਵਿਦ ਦਾ ਨਿਊ ਸੈਂਟੈਂਸ ਵਿਦ ਇਟ। ਅਸੀਂ ਹੁਣ ਇਟ ਦੇ ਨਾਲ ਸ਼ੁਰੂ ਕਰਨੇ ਆ। ਹੁਣ ਇਹ ਸਾਰੇ ਸੈਂਟੈਂਸਿਸ ਜਿਹੜੇ ਨੇ ਨਾ ਇਨਫਿਨਿਟਿਵਸ ਨਾਲ ਸ਼ੁਰੂ ਹੋ ਰਹੇ ਆ। ਆ ਦੇਖੋ, ਟੂ ਕੰਟਰੋਲ, ਟੂ ਸੀ, ਟੂ ਮੇਕ, ਟੂ ਲਿਸਨ, ਇਹ ਸਾਰੇ ਸੈਂਟੈਂਸਿਸ ਇਨਫਿਨਿਟਿਵਸ ਐਜ਼ ਸਬਜੈਕਟਸ ਨਾਲ ਸ਼ੁਰੂ ਹੋ ਰਹੇ ਨੇ। ਲੇਕਿਨ ਹੁਣ ਸਾਨੇ ਇੱਥੇ ਸਬਜੈਕਟ ਚੇਂਜ ਕਰ ਦੇਣਾ ਹੈ। ਕਿਸ ਤਰ੍ਹਾਂ ਬਣੇਗਾ, ਬੜਾ ਆਸਾਨ ਹੈ ਜੀ। ਕਹਿੰਦੇ ਟੂ ਕੰਟਰੋਲ ਦਾ ਗਰੋਥ ਆਫ ਪਾਪੂਲੇਸ਼ਨ ਇਜ਼ ਵੈਰੀ ਨੈਸੈਸਰੀ ਫॉर ਦਾ ਸਕਸੈਸ ਆਫ ਆਵਰ 5 year ਪਲਾਨਸ। ਸਿੰਪਲ ਜੀ ਗੱਲ ਹੈ ਜੀ। ਦੇਖੋ ਮੇਨ ਵਰਬ ਕਿੱਥੇ ਹੈ, ਪੂਰੇ ਸੈਂਟੈਂਸ ਦੇ ਵਿੱਚ ਮੇਨ ਵਰਬ ਹੈ ਜੀ ਸਾਡੀ ਇਜ਼, ਲਿੰਕਿੰਗ ਵਰਬ ਹੈ। ਇਸ ਦੇ ਅੱਗੇ ਇਟ ਲਾ ਦਿਓ ਜੀ, ਇਟ ਇਜ਼ ਵੈਰੀ ਨੈਸੈਸਰੀ। ਇਟ ਇਜ਼ ਵੈਰੀ ਨੈਸੈਸਰੀ ਫॉर ਦਾ ਸਕਸੈਸ ਆਫ ਆਵਰ 5 year ਪਲਾਨਸ। ਤਾਂ ਇਹਦੇ ਪਿੱਛੇ ਆ ਇੱਥੋਂ ਚੱਕ ਕੇ ਲੈ ਜਾਓ ਟੂ ਕੰਟਰੋਲ ਦਾ ਗਰੋਥ ਆਫ ਪਾਪੂਲੇਸ਼ਨ, ਇੱਥੇ ਫੁੱਲ ਸਟਾਪ ਖਤਮ ਕਰ ਦਿਓ, ਇੱਥੇ ਬਣਾ ਦਿਓ ਜੀ ਟੂ ਕੰਟਰੋਲ ਦਾ ਗਰੋਥ ਆਫ ਪਾਪੂਲੇਸ਼ਨ। ਤਾਂ ਇਸ ਤਰੀਕੇ ਦੇ ਨਾਲ ਅਸੀਂ ਇਹ ਸੈਂਟੈਂਸ ਬਣਾਤਾ। ਅਸੀਂ ਸਟਾਰਟ ਕਿੱਥੋਂ ਕੀਤਾ, ਇਟ ਤੋਂ, ਕਿਉਂਕਿ ਇਟ ਸਾਡੀ ਕੰਡੀਸ਼ਨ ਹੈ। ਤਾਂ ਸੈਂਟੈਂਸ ਸਾਡਾ ਬਣ ਗਿਆ ਇਟ ਇਜ਼ ਵੈਰੀ ਨੈਸੈਸਰੀ ਫॉर ਦਾ ਸਕਸੈਸ ਆਫ ਆਵਰ 5 year ਪਲਾਨਸ। ਇੱਥੇ ਕੋਮਾ ਨਹੀਂ ਲਗਾਉਣਾ, ਮੈਂ ਫੁੱਲ ਸਟਾਪ ਕੱਟਿਆ ਹੋਇਆ। ਟੂ ਕੰਟਰੋਲ ਦੀ ਗਰੋਥ ਆਫ ਪਾਪੂਲੇਸ਼ਨ, ਇੱਥੇ ਫੁੱਲ ਸਟਾਪ ਲਗਾ ਦੇਣਾ ਜਾ ਕੇ। ਇਸੇ ਤਰ੍ਹਾਂ ਸੈਕਿੰਡ ਹੈ ਜੀ ਟੂ ਸੀ ਦੀ ਫਾਲਟਸ ਇਨ ਅਦਰ ਇਜ਼ ਈਜ਼ੀ। ਹਮੇਸ਼ਾ ਇਹ ਦੇਖੋ ਕਿ ਸਾਡੀ ਮੇਨ ਵਰਬ ਕਿਹੜੀ ਹੈ, ਫਿਰ ਇਜ਼ ਹੈ। ਤਾਂ ਅਸੀਂ ਕੀ ਕਰਾਂਗੇ, ਅਸੀਂ ਇਟ ਇਜ਼ ਈਜ਼ੀ, ਮੈਂ ਇੱਥੇ ਲਿਖ ਦੇਣਾ ਕਿਉਂਕਿ ਛੋਟਾ ਸੈਂਟੈਂਸ ਹੈ। ਅਸੀਂ ਇਟ, ਉਸ ਤੋਂ ਬਾਅਦ ਇਜ਼ ਈਜ਼ੀ ਇੱਥੋਂ ਚੱਕ ਲਾਂਗੇ, ਇਟ ਇਜ਼ ਈਜ਼ੀ। ਫਿਰ ਆਹ ਵਾਲਾ ਸਾਰਾ ਸੈਂਟੈਂਸ ਚੱਕ ਲਓ, ਟੂ ਸੀ ਦਾ ਫਾਲਟਸ ਇਨ ਅਦਰਸ। ਆ ਬਣ ਗਿਆ ਜੀ ਸਾਡਾ। ਇਸੇ ਤਰ੍ਹਾਂ ਥਰਡ, ਟੂ ਸੀ ਦਾ ਫਾਲਟਸ ਇਨ ਵਨ ਸੈਲਫ ਇਜ਼ ਡਿਫਿਕਲਟ। ਹੁਣ ਇਹ ਸਾਰੇ ਜਿਹੜੇ ਸੈਂਟੈਂਸਿਸ ਹੈ ਬਾਹਰੋਂ ਆਏ ਹੋਏ ਹੈ। ਇੱਥੇ ਫਿਰ ਸਾਡੀ ਮੇਨ ਵਰਬ ਇਜ਼ ਹੈ, ਅਸੀਂ ਇਸੇ ਤਰ੍ਹਾਂ ਇੱਥੇ ਚੱਕ ਲਾਂਗੇ ਇਟ ਇਜ਼ ਡਿਫਿਕਲਟ।
हमेशा मेन वर्ब के अगे इट लगा देना है, बाकी मूरे वाला सेंटेंस पीछे लगा देना है। टू सी द फॉल्ट्स इन वन सेल्फ, ये बन गया जी। आ गया जी टू मेक एटम बम्स इज पॉसिबल फॉर इंडिया। फिर साडी देखो मेन वर्ब कित्थे आई है, इज, इज दे अगे इट लगाता, इट इज पॉसिबल फॉर इंडिया टू मेक एटम बम्स। फिफ्थ है जी बट टू मेक दैम मे नॉट बी वॉइस। बट इन्हों बनाना, इत्थे बम की गल ही हो रही है कि उन्होंने बनाना सही नहीं होगा, सियाणप वाली गल नहीं होएगी। इत्थे हुण मेन वर्ब की है, देखो ऊपर सारे इज आई है, लेकिन इत्थे साडी मेन वर्ब है मे, तो मे दे अगे इट लगावांगे। बट इत्थे एक कुंडी है, इत्थे सानू शुरुआत दे विच बट दिता होया है, तो सानू बट अगे लगाना पएगा। तो इत्थे सेंटेंस इहदा ये बनेगा बट इट मे नॉट बी वॉइस टू मेक दैम। इस तरीके दे नाल साडे ये वाक बनेगा जी। तो लास्ट है कि टू लिसन टू द न्यूज़ ऑफ मैनस लैंडिंग ऑन द मून वॉज थ्रिलिंग। देखो बिल्कुल अपन ने अपनी मेन वर्ब लभनी है, कित्थे है जी मेन वर्ब, देखो कित्थे जाके आ रही है, वॉज आ रही है, बिल्कुल पिछे जाके आ रही है। तो ये सारा साडा एक तरह का टू इनफिनिटिव वाला फ्रेज है, तो ये सारा नाउन का काम कर रहा है। असी इसनूं सारे नूं पिछे चक के लैके जाना है। वॉज दे अगे असी इट लगा देंगे, तो असी लावांगे इट वॉज थ्रिलिंग, फिर अगे आ वाला सारा सेंटेंस टू लिसन टू द न्यूज़ ऑफ मैनस लैंडिंग ऑन द मून, के चंद के उपर मैन की लैंडिंग वाली सूचना बहुत ही ज़्यादा थ्रिलिंग सी। तो उम्मीद है स्टूडेंट्स कि तुहानूं ये भी एक्सरसाइज सारी समझ आ गई होगी। कोई डाउट होवे तो कमेंट सैक्शन पूछ सकते हो। इस चैप्टर की कॉम्प्रीहेंसिव एक्सप्लेनेशन और एनालिसिस की वीडियो मैं ऑलरेडी तुहाडे नाल शेयर कर चुकिया हाँ, जिवें कि तुसीं स्क्रीन पर देख पा रहे हो। बहुत ही डिटेल दे विच मैं इस चैप्टर एक्सप्लेन किया है, तो ग्लोसरी विच आए सारे टर्म्स एक्सप्लेन किए हैं। तो मैं चाहांगा स्टूडेंट्स के ऊपर दिते हुए लिंक पर जाके तुसीं ये चैप्टर पूरी तरह समझो, तो ही फिर अज वालियां जिहड़ियां एक्सरसाइजिज ने अते उन्हां दे सॉल्यूशंस नूं समझिया जा सकता है, अदरवाइज इन्हां नूं समझना बहुत ही ज़्यादा डिफिकल्ट होएगा। तो स्टूडेंट्स एक होर एक्सरसाइज करते हैं जी, इस चैप्टर की 6th एक्सरसाइज है। इस दे विच दस्सिया होया कि मैच द वर्ड्स इन कॉलम ए विद द एक्सप्लेनेशन गिवन इन कॉलम बी। तो दो कॉलम दिते हुए हैं जी, ए दे विच कुछ वर्ड्स ने, तो इन्हां दी एक्सप्लेनेशन बी दे विच है। तो असी ए वाले वर्ड्स के कॉलम नूं बी वाली एक्सप्लेनेशन के नाल मैच करना है। आसान ही है जी। ये सारे वर्ड्स मैं तुहानूं दसना चाहांगा कि ये वाले सारे वर्ड्स तुहाडे चैप्टर के विचों आए हैं। जिवें कि पहला है द ब्लू, द ब्लू का मतलब नीला हुंदा है, तो साडा आसमान नीला है, तो द ब्लू द स्काई, तो ये हो गया जी साडा द ब्लू द स्काई। आप इत्थे नंबर पा लैने हैं 1 2 3 4 5 6 7 8 9 10 11 12। तो टोटल 12 वर्ड्स हैं जी, 12 ही एक्सप्लेनेशन है। तो पहले ब्लू की एक्सप्लेनेशन साडी स्काई की होगी, तो ये हो गया जी साडा आंसर। सैकेंड हुंदा कॉर्न, तो तुहानूं पता है माइकल कॉर्न बीजदा है जी अपने खेतों के विच। कॉर्न का मतलब हुंदा है मक्की है। मक्की एक तरह का ग्रेन है, अनाज है, जिमें कि वीट हुंदी है, कणक हुंदी है, बारले जौ हुंदे हैं। तो इसदा आंसर सैकेंड हो गया जी। थर्ड होगी जी कॉटेज। कॉटेज एक छोटे जे घर नूं कहा जाता है, झोंपड़ी नूं कहा जाता है। तो अ स्मॉल हाउस, ये साडा तीसरा आंसर हो गया जी। फोर्थ हुंदा जी डेट। डेट का मतलब हुंदा है कर्जा, वो पेमेंट जिहड़ी किसाने किस तो लई हुंदी है। तो पेमेंट विच हैज़ टू बी मेड टू समबडी, तो इहदा फोर्थ का आंसर साडा ये वाला हो गया जी। फिफ्थ हो गया जी फ्लैक्स। तुहानूं याद होना इजाबेल कोले 2 चरखे हैं, एक चरखे के उपर वो फ्लैक्स ते काम करती है, तो दूसरे ते वो वूल ते काम करती है। तो फ्लैक्स एक तरह का क्लोथ हुंदा है जी, अ काइंड ऑफ क्लोथ। तो ये वाला आंसर हो गया जी साडा फिफ्थ, अ काइंड ऑफ क्लोथ। ग्रेव कबर नूं कहा जाता है, नाउन है। अ होल इन द ग्राउंड फॉर बरिंग अ डेड बॉडी, जिस दे विच लाश नूं रखिया जाता है ग्राउंड दे विच एक होल करके, तो उसनूं असीं कहने हैं जी ग्रेव। तो यह साडा 6th आंसर हो गया। छोटे यंग इंसान नूं कहा जाता है, तो यंग मैन, ये लैड हो गया जी 7वां आंसर। शी फोल्ड, ये वर्ड बहुत बारी आया है, शुरुआत च ही आ जाता है
ਕਿ ਭੇਡਾਂ ਦਾ ਜੋ ਇੱਕ ਸ਼ੈਲਟਰ ਹੁੰਦਾ ਹੈ ਉਸ ਨੂੰ ਅਸੀਂ ਸ਼ੀਪ ਫੋਲਡ ਕਹਿੰਦੇ ਹਾਂ। ਤਾਂ ਇਹਦਾ ਆਨਸਰ ਹੋ ਗਿਆ ਅ ਪਲੇਸ ਫॉर ਸ਼ੀਪ ਵਿਦ ਅ ਫੈਂਸ ਔਰ ਵਾਲ ਅਰਾਊਂਡ। ਇਹ ਹੋ ਗਿਆ ਜੀ ਆਨਸਰ 8 ਕਿ ਭੇਡਾਂ ਦਾ ਇੱਕ ਅਜਿਹਾ ਜਗ੍ਹਾ ਜਿੱਥੇ ਕਿ ਆਲੇ ਦੁਆਲੇ ਫੈਂਸ ਕੀਤੀ ਹੁੰਦੀ ਹੈ ਜਾਂ ਵਾਲ ਕੀਤੀ ਹੁੰਦੀ ਹੈ ਉਸ ਨੂੰ ਕਹਿੰਦੇ ਆ। 9th ਹੈ ਸ਼ਿਓਰਟੀ। ਸਟੈਂਡ ਸ਼ਿਓਰਟੀ ਫਰੇਜ਼ ਆਇਆ ਸੀਗਾ ਜਦੋਂ ਆਪਾਂ ਕਿਸੇ ਦੀ ਜਾਮਨੀ ਲੈਂਦੇ ਹਾਂ, ਕਿਸੇ ਦੀ ਜ਼ਿੰਮੇਵਾਰੀ ਲੈਂਦੇ ਹਾਂ। ਤਾਂ ਇਹਦਾ ਆਨਸਰ ਆਏਗਾ ਅ ਪਰਸਨ ਹੂ ਐਗਰੀਜ਼ ਟੂ ਪੇ ਸਮਵਨ ਐਲਸ ਡੈਟ ਇਫ ਦੈਟ ਪਰਸਨ ਫੇਲਸ ਟੂ ਪੇ ਇਟ। ਕਿ ਇੱਕ ਪਰਸਨ ਕਿਸੇ ਦੂਸਰੇ ਦਾ ਕਰਜ਼ਾ ਮੋੜੇਗਾ ਜੇਕਰ ਉਹ ਪਰਸਨ ਆਪਣਾ ਕਰਜ਼ਾ ਮੋੜਨ 'ਚ ਅਸਮਰਥ ਹੁੰਦਾ ਹੈ। ਤਾਂ ਇਹਦਾ ਆਨਸਰ ਇਹ ਹੋ ਗਿਆ ਜੀ ਸ਼ਿਓਰਟੀ। ਇਹ ਸਾਡਾ 9th ਹੋ ਗਿਆ ਜੀ। 10ਵਾਂ ਟੋਇਲ। ਟੋਇਲ ਵਰਡ ਦਾ ਮਤਲਬ ਹੁੰਦਾ ਜੀ ਹਾਰਡ ਵਰਕ। ਕਾਫੀ ਵਾਰੀ ਵਰਡ ਆਇਆ ਇਹ ਪੂਰੇ ਚੈਪਟਰ 'ਚ। ਤਾਂ ਇਹ ਆਨਸਰ ਹੋ ਗਿਆ ਜੀ। 11th ਹੈ ਸਿੰਗਲ। ਸਿੰਗਲ ਦਾ ਮਤਲਬ ਵਨ ਡੇ। ਤਾਂ ਇਹ 11 ਹੋ ਗਿਆ ਜੀ। ਇੱਕੋ ਹੀ ਸਾਡਾ ਰਹਿ ਗਿਆ ਸਿਨ। ਸਿਨ ਪਾਪ ਨੂੰ ਕਿਹਾ ਜਾਂਦਾ ਹੈ। ਅ ਬੈਡ ਐਕਟ ਐਜ਼ ਟੈਲਿੰਗ ਅ ਲਾਈ, ਜਿਵੇਂ ਕਿ ਚੋਰੀ ਕਰਨਾ, ਝੂਠ ਬੋਲਣਾ, ਇਹ ਸਿਨ ਹੁੰਦੇ ਆ ਜੀ। ਤੇ ਇਹ ਸਾਡਾ ਆਨਸਰ ਹੋ ਗਿਆ। ਇਸ ਤਰੀਕੇ ਦੇ ਨਾਲ ਜੀ ਅਸੀਂ ਸਾਰੀ ਐਕਸਰਸਾਈਜ਼ ਕੰਪਲੀਟ ਕਰ ਲਈ ਹੈ। ਇਸੇ ਚੈਪਟਰ ਦੀ ਦੂਸਰੀ ਵੀਡੀਓ ਦੇ ਵਿੱਚ ਮੈਂ 2 ਐਕਸਰਸਾਈਜ਼ ਸਟੂਡੈਂਟ ਸੋਲਵ ਕੀਤੀਆਂ ਨੇ, ਜਿਹਦੇ ਵਿੱਚੋਂ ਪਹਿਲੀ ਐਕਸਰਸਾਈਜ਼ ਦੇ ਵਿੱਚ ਤੁਹਾਨੂੰ ਕੁਝ ਸਟੇਟਮੈਂਟਸ ਦਿੱਤੀਆਂ ਨੇ, ਫਿਰ ਰਿਸਪੌਂਸ ਦਿੱਤੇ ਨੇ। ਰਿਸਪੌਂਸਿਸ ਜਿਹੜੇ ਨੇ ਉਹ ਲੌਂਗਰ ਸੈਂਟੈਂਸਿਸ ਦੇ ਵਿੱਚ ਨੇ। ਆਪਾਂ ਉਹਨਾਂ ਸਾਰੇ ਸੈਂਟੈਂਸਿਸ ਨੂੰ ਸ਼ਾਰਟਰ ਰਿਸਪੌਂਸਿਸ ਦੇ ਵਿੱਚ ਚੇਂਜ ਕਰਕੇ ਦੇਖਿਆ ਸੀ। ਇਸੇ ਤਰ੍ਹਾਂ ਦੂਸਰੀ ਐਕਸਰਸਾਈਜ਼ ਦੇ ਵਿੱਚ ਮੈਂ ਤੁਹਾਨੂੰ ਦੋ ਸੈਂਟੈਂਸਿਸ ਨੂੰ ਕਿਸ ਤਰ੍ਹਾਂ ਜੁਆਇਨ ਕਰਨਾ ਹੈ, ਉਹਨਾਂ ਨੂੰ ਕਿਸ ਤਰ੍ਹਾਂ ਕੰਬਾਈਨ ਕਰਨਾ ਹੈ ਅਕੋਰਡਿੰਗ ਟੂ ਦਾ ਗਿਵਨ ਕੰਡੀਸ਼ਨਸ, ਮੈਂ ਉਹ ਸਾਰੀਆਂ ਐਕਸਰਸਾਈਜ਼ਸ ਤੁਹਾਨੂੰ ਸੋਲਵ ਕਰਕੇ ਦਿੱਤੀਆਂ ਨੇ। ਤਾਂ ਸਟੂਡੈਂਟਸ ਜਿਹੜੀ ਤੁਹਾਡੀ ਲਾਸਟ ਐਕਸਰਸਾਈਜ਼ ਹੈ ਉਹ ਫਿਲ ਇਨ ਦੀ ਬਲੈਂਕਸ ਹੈ। ਤਾਂ ਇਸ ਦੀਆਂ ਕਾਫੀ ਸਾਰੀਆਂ ਐਕਸਰਸਾਈਜ਼ਸ ਹੈ, ਜਿਵੇਂ ਤੁਸੀਂ ਦੇਖ ਰਹੇ ਹੋ ਏ ਵੀ ਹੈ, ਬੀ ਵੀ ਹੈ, ਤੇ ਫਿਰ ਇਸ ਦੀ ਐਕਸਰਸਾਈਜ਼ ਸੀ ਵੀ ਆਉਂਦੀ ਹੈ ਜੀ ਇਸੇ ਚੈਪਟਰ 'ਚ, ਤੇ ਫਿਰ ਡੀ ਆਉਂਦੀ ਹੈ ਅਤੇ ਫਿਰ ਈ ਵੀ ਆਉਂਦੀ ਹੈ। ਤਾਂ ਟੋਟਲ 5 ਐਕਸਰਸਾਈਜ਼ਸ ਹੈ ਜੀ ਫਿਲ ਇਨ ਦ ਬਲੈਂਕਸ। ਤੇ ਇਹਨਾਂ ਸਾਰੇ ਐਕਸਰਸਾਈਜ਼ਸ ਦੇ ਵਿੱਚ ਜਿਹੜੇ ਵਰਡਸ ਆਪਾਂ ਨੇ ਸਪਲਾਈ ਕਰਨੇ ਆ ਸੈਂਟੈਂਸਿਸ ਦੇ ਵਿੱਚ, ਇਹ ਸਾਰੇ ਵਰਡਸ ਤੁਹਾਡੇ ਚੈਪਟਰ ਦੇ ਵਿੱਚ ਆਏ ਹੋਏ ਆ, ਜਿਵੇਂ ਈਵਲ, ਸਟ੍ਰੇਂਜਰ, ਪ੍ਰੋਪਰਟੀ। ਇਸੇ ਤਰ੍ਹਾਂ ਬੀ ਵਾਲੀ ਐਕਸਰਸਾਈਜ਼ ਆਪਾਂ ਦੇਖ ਲਈਏ ਡਿਸਗ੍ਰੇਸ, ਈਜ਼, ਟੋਇਲਡ, ਇਹ ਸਾਰੇ ਵਰਡ ਤੁਹਾਡੇ ਚੈਪਟਰ 'ਚੋਂ ਆਏ ਹੋਏ ਆ। ਇਸੇ ਤਰ੍ਹਾਂ ਸੀ ਮਿਸਫੋਰਚੂਨ, ਸ਼ੈਫਰਡ, ਗ੍ਰੇਜ਼ਿੰਗ, ਇਹ ਵਾਲੇ ਸਾਰੇ ਵਰਡਸ ਸਾਡੇ ਚੈਪਟਰ 'ਚੋਂ ਹੀ ਹੈ, ਸਾਨੂੰ ਪਤਾ ਹੈ। ਇਸ ਤਰ੍ਹਾਂ ਡੀ ਵਾਲੇ ਵੀ ਸਾਰੇ ਵਰਡਸ ਚੈਪਟਰ 'ਚੋਂ ਆਏ ਹੋਏ ਆ ਜੀ, ਡੈਸ਼ਡ, ਟੈਂਪਟਡ। ਇਸੇ ਤਰ੍ਹਾਂ ਈ ਵਾਲੇ ਐਕਸਰਸਾਈਜ਼ ਦੇ ਸਾਰੇ ਵਰਡ ਜਿਹੜੇ ਨੇ ਇਹ ਚੈਪਟਰ ਦੇ ਵਿੱਚੋਂ ਹੀ ਆਏ ਹੋਏ ਨੇ। ਤਾਂ ਇਹ ਇੱਕ ਤਰ੍ਹਾਂ ਨਾਲ ਤੁਹਾਡੀ ਵੋਕੈਬਲਰੀ ਬਿਲਡਿੰਗ ਐਕਸਰਸਾਈਜ਼ਸ ਹੁੰਦੀਆਂ ਨੇ। ਹਰ ਚੈਪਟਰ ਦੇ ਐਂਡ ਦੇ ਵਿੱਚ ਇਸ ਤਰ੍ਹਾਂ ਦੀਆਂ ਐਕਸਰਸਾਈਜ਼ਸ ਹੈਗੀਆਂ ਨੇ, ਆਪਾਂ ਪਹਿਲਾਂ ਵੀ ਸੋਲਵ ਕਰੀਆਂ ਨੇ। ਤਾਂ ਮੈਂ ਚਾਹੂੰਗਾ ਬੱਚਿਓ, ਕਿਉਂਕਿ ਮੈਂ ਸਾਰਾ ਚੈਪਟਰ ਤੁਹਾਨੂੰ ਇਹ ਬਹੁਤ ਹੀ ਡਿਟੇਲ ਦੇ ਵਿੱਚ ਕਰਵਾਇਆ ਹੈ, ਆਲਮੋਸਟ ਸਾਰੇ ਵਰਡਸ ਦੇ ਮੈਂ ਤੁਹਾਨੂੰ ਮੀਨਿੰਗ ਦੱਸੇ ਹੈ। ਤਾਂ ਇਹ ਸਾਰੀਆਂ ਐਕਸਰਸਾਈਜ਼ਸ ਤੁਸੀਂ ਆਪ ਕਰਕੇ ਦੇਖੋ। ਇੱਕ ਐਕਸਰਸਾਈਜ਼ ਮੈਂ ਤੁਹਾਨੂੰ ਕਰਵਾ ਰਹੇ ਹਾਂ, ਬਾਕੀ 4 ਐਕਸਰਸਾਈਜ਼ ਤੁਸੀਂ ਖੁਦ ਕਰਨੀਆਂ ਨੇ। ਜੇਕਰ ਤੁਹਾਨੂੰ ਕੋਈ ਵੀ ਡਾਊਟ ਹੁੰਦਾ ਹੈ ਜਾਂ ਪਤਾ ਨਹੀਂ ਲੱਗਦਾ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ। ਤਾਂ ਆਪਾਂ 5th ਐਕਸਰਸਾਈਜ਼ ਕਰਨ ਜਾ ਰਹੇ ਹਾਂ ਜੀ, ਈ। ਹੁਣ ਜੇ ਤੁਸੀਂ ਦੇਖੋ ਇਸ ਦੇ ਜਿਹੜੇ ਵਰਡਸ ਹੈ ਸਟ੍ਰਿਕਨ, ਪੇ ਆਫ, ਵਾਰਨਿੰਗ, ਬਰੀਫਲੀ, ਡਿਮ, ਐਨੀਵੇ, ਫਰਦਰ, ਪੌਜ਼ਡ, ਇਹ ਸਾਰੇ ਵਰਡ ਸਾਡੇ ਚੈਪਟਰ 'ਚੋਂ ਆਏ ਹੈ, ਲੇਕਿਨ ਇਹ ਸਾਰੇ ਸੈਂਟੈਂਸਿਸ ਬਾਹਰੋਂ ਹੈ। ਇਹ ਬਾਹਰਲੇ ਸੈਂਟੈਂਸਿਸ ਦੇ ਵਿੱਚ ਆਪਾਂ ਚੈਪਟਰ ਵਾਲੇ ਵਰਡਸ ਸਪਲਾਈ ਕਰਨੇ ਆ। ਆਪਾਂ ਇਸ ਨੂੰ ਸ਼ੁਰੂ ਕਰਦੇ ਹਾਂ। ਕਹਿੰਦੇ ਦਾ ਚਾਈਨੀਜ਼ ਅਟੈਕਡ ਇੰਡੀਆ ਵਿਦਆਊਟ ਅ ਡੈਸ਼ ਇਨ 1962, ਕਿ ਚੀਨੀਆਂ ਨੇ ਭਾਰਤ 'ਤੇ ਹਮਲਾ ਕੀਤਾ 1962 ਦੇ ਵਿੱਚ ਬਿਨਾਂ ਕਿਸੇ ਵਾਰਨਿੰਗ ਤੋਂ। ਤਾਂ ਬਿਨਾਂ ਕੋਈ ਸੁਚੇਤ ਕੀਤੇ ਉਹਨਾਂ ਨੇ ਸਾਡੇ 'ਤੇ ਕੀ ਕੀਤਾ ਜੀ, ਅਟੈਕ ਕਰਤਾ। ਵਾਰਨਿੰਗ, ਵਾਰਨਿੰਗ ਸ਼ਬਦ ਤੁਹਾਨੂੰ ਯਾਦ ਹੋਣਾ ਕਿ ਇਹ ਆਇਆ ਚੈਪਟਰ 'ਚੋਂ, ਉਦੋਂ ਆਇਆ ਜਦੋਂ ਮਾਈਕਲ ਆਪਣੇ ਬੇਟੇ ਨੂੰ ਵਾਰਨਿੰਗ ਦਿੰਦਾ ਹੈ ਸ਼ਹਿਰ ਜਾਣ ਤੋਂ ਪਹਿਲਾਂ। ਦੂਸਰਾ ਹੈ ਜੀ ਦਾ ਟੀਚਰ ਪੁੱਟ ਅ ਕੁਐਸਚਨ ਟੂ ਦਾ ਕਲਾਸ ਐਂਡ ਡੈਸ਼ ਫॉर ਐਨ ਆਂਸਰ। ਟੀਚਰ ਨੇ ਇੱਕ ਪ੍ਰਸ਼ਨ ਕਲਾਸ 'ਚ ਪਾਇਆ ਅਤੇ ਆਂਸਰ ਲੈਣ ਲਈ ਰੁਕ ਗਿਆ। ਤਾਂ ਇੱਥੇ ਆਏਗਾ ਵਰਡ ਪੌਜ਼ਡ। ਪੌਜ਼ਡ ਵਰਡ ਆਏਗਾ ਜੀ। ਇਹ ਵੀ ਸਾਡੇ ਚੈਪਟਰ 'ਚੋਂ ਆਇਆ। ਜਦੋਂ ਬਜ਼ੁਰਗ ਆਪਣੇ ਬੇਟੇ ਨੂੰ ਸਟੋਰੀ ਸੁਣਾ ਰਿਹਾ ਹੁੰਦਾ ਉਸ ਸਮੇਂ ਉਹ ਥੋੜ੍ਹੀ ਦੇਰ ਲਈ ਰੁਕਦਾ ਹੈ। ਥਰਡ ਹੈ ਜੀ ਵੇਅਰ ਇਜ਼ ਦਾ ਟੂਰਿਸਟ ਹਾਊਸ, ਦਾ ਟੂਰਿਸਟ ਆਸਕਡ ਦਾ ਪੁਲਿਸਮੈਨ। ਹੁਣ ਇੱਕ ਸੈਲਾਨੀ ਹੈ ਜੀ, ਉਹ ਪੁਲਿਸਮੈਨ ਨੂੰ ਪੁੱਛਦਾ ਹੈ ਕਿ ਟੂਰਿਸਟ ਹਾਊਸ ਕਿੱਥੇ ਹੈ। ਤਾਂ ਹੁਣ ਪੁਲਿਸਮੈਨ ਆਨਸਰ ਦਿੰਦਾ ਹੈ ਡਰਾਈਵ ਡੈਸ਼ ਡਾਊਨ ਐਂਡ ਟੇਕ ਦਾ ਫਸਟ ਟਰਨਿੰਗ ਟੂ ਦਾ ਲੈਫਟ, ਕਿ ਨੀਚੇ ਜ਼ਿਆਦਾ ਜਾਓ ਅਤੇ ਲੈਫਟ ਵਾਲੇ ਪਾਸੇ ਪਹਿਲਾ ਮੋੜ ਮੁੜ ਜਾਓ। ਤਾਂ ਡਰਾਈਵ ਫਰਦਰ ਡਾਊਨ, ਫਰਦਰ ਡਾਊਨ। ਤਾਂ ਇਹ ਵਰਡ ਆਇਆ ਜੀ ਸਾਡਾ ਫਰਦਰ ਇਸ ਖਾਲੀ ਥਾਂ 'ਚ। ਫਰਦਰ ਸ਼ਬਦ ਪਾਠ ਦੇ ਬਿਲਕੁਲ ਸ਼ੁਰੂ 'ਚ ਹੀ ਆਉਂਦਾ ਹੈ, ਜਦੋਂ ਬੇਟਾ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਕੀ ਆਪਾਂ ਥੋੜ੍ਹਾ ਜਿਹਾ ਹੋਰ ਅੱਗੇ ਤੱਕ ਚੱਲੀਏ, ਹਿਲ ਦੇ ਵਿੱਚ ਥੋੜ੍ਹਾ ਜਿਹਾ ਹੋਰ, ਪਹਾੜੀ 'ਚ ਥੋੜ੍ਹਾ ਹੋਰ ਅੱਗੇ ਤੱਕ ਚੱਲੀਏ। ਫੋਰਥ ਹੈ ਜੀ ਐਂਟੋਨੀਓ ਵਾਜ਼ ਨਾਟ ਏਬਲ ਟੂ ਡੈਸ਼ ਹਿਜ਼ ਡੈਟ ਇਨ ਟਾਈਮ, ਸੋ ਸ਼ਾਇਲੋਕ ਹੂ ਹੈਡ ਲਿਵਡ ਹਿਮ ਦਾ ਮਨੀ ਬੌਟ ਅ ਸੂਟ ਅਗੇਂਸਟ ਹਿਮ ਇਨ ਕੋਰਟ।
ਇਹ ਸਾਡੇ ਦ ਮਰਚੈਂਟ ਆਫ ਵੈਨਿਸ ਚੋਂ ਲਿਆ ਗਿਆ ਹੈ। ਤਾਂ ਐਂਟੋਨੀਓ ਜਿਹੜਾ ਹੁੰਦਾ ਹੈ ਸਮੇਂ ਤੇ ਆਪਣਾ ਕਰਜ਼ਾ ਨਹੀਂ ਮੋੜ ਪਾਉਂਦਾ, ਤਾਂ ਕਰਜ਼ਾ ਮੋੜਨ ਨੂੰ ਆਪਾਂ ਕਹਿੰਦੇ ਹਾਂ ਜੀ ਪੇ ਆਫ। ਇਹ ਸ਼ਬਦ ਤਾਂ ਚੈਪਟਰ 'ਚ ਬਹੁਤ ਵਾਰੀ ਆਇਆ ਹੈ, ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਜਿਹੜਾ ਮਾਈਕਲ ਹੈ ਉਸ ਦੇ ਬ੍ਰਦਰ ਦੇ ਬੇਟੇ ਨੇ ਕਰਜ਼ਾ ਲਿਆ ਸੀ, ਜਿਸ ਨੂੰ ਕਿ ਉਹ ਪੇ ਆਫ ਨਹੀਂ ਸੀ ਕਰ ਪਾਇਆ, ਜਿਸ ਦਾ ਖਮਿਆਨਾ ਮਾਈਕਲ ਨੂੰ ਭੁਗਤਣਾ ਪਿਆ ਸੀ। ਫਿਫਥ ਹੈ ਜੀ, ਦਾ ਇਲੈਕਟ੍ਰਿਕ ਲਾਈਟਸ ਬਿਕੇਮ ਡੈਸ਼ ਐਂਡ ਆਫਟਰ ਅ ਮਿੰਟ ਵੈਂਟ ਆਫ ਕੰਪਲੀਟਲੀ। ਕਹਿੰਦੇ ਇਲੈਕਟ੍ਰਿਕ ਲਾਈਟਸ ਬਿਕੇਮ, ਜਿਹੜੀਆਂ ਬਿਜਲੀ ਦੀਆਂ ਲਾਈਟਾਂ ਸੀ ਉਹ ਘਟ ਗਈਆਂ ਅਤੇ ਮਿੰਟ ਬਾਅਦ ਪੂਰੀ ਤਰ੍ਹਾਂ ਬੰਦ ਹੋ ਗਈਆਂ। ਤਾਂ ਡਿਮ ਆਏਗਾ ਜੀ ਆਨਸਰ, ਡਿਮ। ਡਿਮ ਸ਼ਬਦ ਤੁਹਾਨੂੰ ਯਾਦ ਹੋਣਾ ਇਹ ਚੈਪਟਰ 'ਚ ਆਇਆ ਹੈ ਕਿ ਜਿਹੜੇ ਮਾਈਕਲ ਤੇ ਉਸਦੀ ਵਾਈਫ ਇਜ਼ਾਬੈਲ ਹੈ ਉਹ ਡਿਮ ਲਾਈਟ ਦੇ ਵਿੱਚ ਦੇਰ ਰਾਤ ਤੱਕ ਕੰਮ ਕਰਦੇ ਸੀ, ਤਾਂ ਹੀ ਇਸੇ ਕਰਕੇ ਉਹਨਾਂ ਦੀ ਹੱਟ ਨੂੰ, ਉਹਨਾਂ ਦੀ ਕਾਟੇਜ ਨੂੰ ਦਾ ਈਵਨਿੰਗ ਸਟਾਰ ਕਿਹਾ ਜਾਂਦਾ ਸੀ। ਤਾਂ ਇੱਥੇ ਡਿਮ ਸ਼ਬਦ ਆਏਗਾ। ਸਿਕਸਥ, ਚਿਲਡਰਨ ਆਰ ਸਮ ਟਾਈਮ ਡੈਸ਼ ਵਿਦ ਫੀਅਰ ਵੈਨ ਦੇ ਹੀਅਰ ਦੀ ਸਾਊਂਡ ਆਫ ਥੰਡਰ। ਤਾਂ ਕਹਿੰਦੇ ਬੱਚੇ ਕਦੇ ਕਦੇ ਡਰ ਨਾਲ ਭਰ ਜਾਂਦੇ ਨੇ ਜਦੋਂ ਉਹ ਬਿਜਲੀ ਲਸ਼ਕਦੀ ਹੈ, ਤਾਂ ਬਿਜਲੀ ਦੀ ਆਵਾਜ਼ ਦੇ ਨਾਲ ਜਦੋਂ ਡਰ ਜਾਂਦੇ ਨੇ, ਜਦੋਂ ਬਿਜਲੀ ਦੀ ਆਵਾਜ਼ ਨੂੰ ਸੁਣਦੇ ਨੇ। ਤਾਂ ਸਟ੍ਰਿਕਨ ਸ਼ਬਦ ਆਏਗਾ ਜੀ, ਸਟ੍ਰਿਕਨ ਵਿਦ ਫੀਅਰ। ਹਾਲਾਂਕਿ ਚੈਪਟਰ ਦੇ ਵਿੱਚ ਵਰਡ ਸਟ੍ਰਿਕਨ ਵਿਦ ਫੀਅਰ ਨਹੀਂ ਆਇਆ, ਸਟ੍ਰਿਕਨ ਵਿਦ ਗਰੀਫ ਆਇਆ ਮਾਈਕਲ ਦੇ ਲਈ। ਬਿਲਕੁਲ ਚੈਪਟਰ ਦੇ ਐਂਡ ਦੇ ਵਿੱਚ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸਦਾ ਬੇਟਾ ਤਾਂ ਗਲਤ ਸੰਗਤ 'ਚ ਪੈ ਗਿਆ, ਤਾਂ ਸਟ੍ਰਿਕਨ ਵਿਦ ਗਰੀਫ, ਦੁੱਖ ਨਾਲ ਭਰ ਜਾਂਦਾ। ਇੱਥੇ ਆ ਰਿਹਾ ਜੀ ਕਿ ਡਰ ਨਾਲ ਬੱਚੇ ਭਰ ਗਏ। ਤਾਂ ਸੱਤਵਾਂ ਹੈ ਜੀ, ਵੀ ਕੈਨ ਨੋਟ ਬੀ ਸ਼ਿਓਰ ਆਫ ਗੈਟਿੰਗ ਅ ਟਿਕਟ ਫॉर द ਸ਼ੋ ਡੈਸ਼ ਵੀ ਕੈਨ ਗੋ ਟੂ ਦ ਥੀਏਟਰ ਐਂਡ ਟਰਾਈ। ਕਹਿੰਦੇ ਸਾਨੂੰ ਸ਼ਾਇਦ ਸ਼ੋਅ ਦੀ ਟਿਕਟ ਨਾ ਮਿਲੇ, ਪਰ ਫਿਰ ਵੀ ਚਲੋ ਆਪਾਂ ਥੀਏਟਰ ਚੱਲਦੇ ਹਾਂ ਅਤੇ ਟਰਾਈ ਕਰਦੇ ਹਾਂ। ਤਾਂ ਇੱਥੇ ਸ਼ਬਦ ਆਏਗਾ ਜੀ ਐਨੀਵੇ। ਐਨੀਵੇ ਸ਼ਬਦ ਵੀ ਸਾਡੇ ਚੈਪਟਰ 'ਚ ਆਇਆ, ਤਾਂ ਇੱਥੇ ਵੀ ਅਸੀਂ ਐਨੀਵੇ ਪਾ ਦਿੰਦੇ ਹਾਂ ਜੀ। ਲਾਸਟ ਹੈ ਜੀ, ਐਟ ਦ ਐਂਡ ਆਫ ਦ ਸਕੂਲ ਡੇ ਮੀਟਿੰਗ ਦ ਹੈਡਮਾਸਟਰ ਸਪੋਕ ਡੈਸ਼ ਐਂਡ ਥੈਂਕਡ ਆਲ ਦ ਗੈਸਟ। ਸਕੂਲ ਡੇ ਮੀਟਿੰਗ ਦੇ ਐਂਡ ਦੇ ਵਿੱਚ ਜਿਹੜੇ ਹੈਡਮਾਸਟਰ ਨੇ ਉਹ ਬੋਲੇ ਅਤੇ ਉਹਨਾਂ ਨੇ ਸਾਰੇ ਗੈਸਟ ਦਾ ਧੰਨਵਾਦ ਕੀਤਾ। ਤਾਂ ਇੱਥੇ ਆਏਗਾ ਜੀ ਬਰੀਫਲੀ, ਸੰਖੇਪ ਵਿੱਚ ਬੋਲੇ। ਇਹ ਵੀ ਸ਼ਬਦ ਸਾਡਾ ਚੈਪਟਰ 'ਚ ਆਇਆ ਹੋਇਆ। ਉਮੀਦ ਹੈ ਬੱਚਿਓ ਕਿ ਤੁਹਾਨੂੰ ਇਹ ਸਾਰੀਆਂ ਐਕਸਰਸਾਈਜ਼ਿਜ਼ ਸਮਝ ਆ ਗਈਆਂ ਹੋਣਗੀਆਂ। ਜੇਕਰ ਫਿਰ ਵੀ ਤੁਹਾਨੂੰ ਕੋਈ ਡਾਊਟ ਹੈ ਤਾਂ ਬੱਚਿਓ ਤੁਸੀਂ ਮੇਰੇ ਨਾਲ ਕੰਸਲਟ ਕਰ ਸਕਦੇ ਹੋ, ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਕੋਈ ਵੀ ਕੁਐਸਚਨ ਪੁੱਛ ਸਕਦੇ ਹੋ, ਮੈਂ ਉਹ ਡੈਫੀਨੇਟਲੀ ਉਸਦਾ ਆਨਸਰ ਦੇਵਾਂਗਾ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸ ਚੈਪਟਰ ਦਾ ਜਿਹੜਾ ਲੌਂਗ ਆਨਸਰ ਟਾਈਪ ਕੁਐਸਚਨ ਹੈ ਉਹ ਕਵਰ ਕਰਾਂਗੇ ਜੀ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਅਪੀਲ ਕਰੂੰਗਾ ਕਿ ਤੁਸੀਂ ਇਸ ਚੈਪਟਰ ਦੀ ਕੰਪਰੀਹੈਂਸਿਵ ਐਨਾਲਿਸਿਸ ਅਤੇ ਐਕਸਪਲੇਨੇਸ਼ਨ ਵਾਲੀ ਵੀਡੀਓ ਜ਼ਰੂਰ ਦੇਖੋ, ਤਾਂ ਕਿ ਤੁਹਾਨੂੰ ਲੌਂਗ ਆਨਸਰ ਟਾਈਪ ਕੁਐਸਚਨ ਪੂਰੀ ਤਰ੍ਹਾਂ ਸਮਝ ਆ ਜਾਵੇ। ਮੈਂ ਉਸਦਾ ਲਿੰਕ ਤੁਹਾਨੂੰ ਹੁਣ ਪ੍ਰੋਵਾਈਡ ਕਰ ਰਿਹਾ ਹਾਂ। ਫਿਰ ਮਿਲਦੇ ਹਾਂ ਜੀ, ਧੰਨਵਾਦ।